ਇਹ ਪਹਿਲੀ ਵਾਰੀ ਇਸ ਤਰ੍ਹਾਂ ਮਾਮਲਾ ਜਿਹੜਾ ਸਾਹਮਣੇ ਆਇਆ ਕਿ ਵਕੀਲ ਦੇ ਘਰ ਹੀ ਰੇਡ ਹੋ ਜਾਣਾ। ਵਕੀਲ ਦੇ ਘਰੇ ਰੇਡ ਹੋ ਜਾਣਾ ਉਹ ਵੀ ਇਸ ਕਰਕੇ ਕਿ ਉਹ ਗੈਂਗਸਟਰ ਦੇ ਕੇਸ ਕਰਦੀ ਹੈ। ਸ਼ੈਰੀ ਸ਼ਰਮਾ ਕਿਹੜੇ ਕੇਸ ਲੜ ਰਹੇ, ਕਿਹੜੇ ਡੀਲ ਕਰ ਰਹੇ ਨੇ? ਲਾਰੈਂਸ ਬਿਸ਼ਨੋਈ ਦੇ, ਜੱਗੂ ਭਗਵਾਨਪੁਰੀਆ ਦੇ ਵੀ ਦੱਸੇ ਨੇ, ਹੋਰ ਕਿਹੜੇ ਕੇਸ ਨੇ ਜਾਂ ਇਹੀ ਸਿਰਫ ਕੇਸਾਂ ਦੇ ਕਾਰਨ ਉਹਨਾਂ ਨੂੰ ਜਿਹੜਾ ਇਹ ਜਿਹੜੀ ਰੇਡ ਉਹਨਾਂ ਦੇ? अगर आप देखेंगे दी कंटेक्स्ट इज परफॉर्मेंस ऑफ ए प्रोफेशनल ड्यूटी। ਡਰ ਦਾ ਮਾਹੌਲ ਨਹੀਂ ਬਣੇਗਾ ਵਕੀਲਾਂ ਦੇ ਵਿੱਚ ਕਿ ਕੱਲ ਨੂੰ ਕੋਈ ਗੈਂਗਸਟਰ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਮਰਡਰ ਕੇਸ ਦੇ ਵਿੱਚ ਕੋਈ ਜਾਂ ਹਾਈ ਜਿਹੜਾ ਪਪੂਲਰ ਕੇਸ ਹੋਏਗਾ ਕਿ ਉਹਨੂੰ ਵਕੀਲ ਲੜਨ ਤੇ ਡਰਨਗੇ? ਸਾਡੇ ਦੇਸ਼ ਦੇ ਵਿੱਚ ਹਰ ਕ੍ਰਿਮੀਨਲ ਨੂੰ ਇੰਨਾ ਅਧਿਕਾਰ ਹੈ ਕਿ ਉਹ ਆਪਣੇ ਕੇਸ ਨੂੰ ਲੜਨ ਲਈ ਵਕੀਲ ਕਰ ਸਕਦਾ ਹੈ। ਲੇਕਿਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਐਸਾ ਮਾਮਲਾ ਆਇਆ ਜਿਹਦੇ ਕਰਕੇ ਸਾਰੇ ਵਕੀਲਾਂ ਨੂੰ ਹੜਤਾਲ ਤੇ ਬਹਿਣਾ ਪਿਆ। ਇੱਕ ਮਹਿਲਾ ਵਕੀਲ ਵੱਲੋਂ ਗੈਂਗਸਟਰਾਂ ਦੇ ਕੇਸ ਡੀਲ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਉਸੇ ਕੇਸ ਦੇ ਮੁਤਲਬ ਜਿਹੜਾ ਹੈਗਾ ਕਿ ਈਡੀ ਜਿਹੜੀ ਆ ਉਸ ਮਹਿਲਾ ਵਕੀਲ ਸ਼ੈਲੀ ਸ਼ਰਮਾ ਦੇ ਘਰ ਰੇਡ ਕਰਦੀ ਹੈ ਤੇ ਉਸ ਤੋਂ ਬਾਅਦ ਅੱਗ ਬਬੂਲਾ ਜਿਹੜੀ ਹੈ ਪੂਰੀ ਬਾਰ ਐਸੋਸੀਏਸ਼ਨ ਹੋ ਜਾਂਦੀ ਹੈ। ਤੇ ਇਸ ਵਕਤ ਬਾਰ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਕਰਨ ਨਹਿਰਾ ਸਾਡੇ ਨਾਲ ਨੇ। ਨਹਿਰਾ ਸਾਹਿਬ, ਬਹੁਤ ਸਵਾਗਤ ਹੈ ਤੁਹਾਡਾ ਦਾ ਸਮਰ ਨਿਊਜ਼ ਤੇ। ਥੈਂਕ ਯੂ ਵੈਰੀ ਮਚ ਸਰ, ਜਿਵੇਂ ਕਿ ਮੈਂ ਜ਼ਿਕਰ ਕੀਤਾ ਕਿ ਅਧਿਕਾਰ ਹੈ, ਸਾਡਾ ਦੇਸ਼ ਅਧਿਕਾਰ ਦਿੰਦਾ ਕਿ ਕੋਈ ਵੀ ਕ੍ਰਿਮੀਨਲ, ਗੈਂਗਸਟਰ, ਦਾਊਦ ਇਬਰਾਹਿਮ ਤੱਕ ਦੇ ਵਕੀਲ ਹੁੰਦੇ ਨੇ। ਤੇ ਇਹ ਪਹਿਲੀ ਵਾਰੀ ਇਸ ਤਰ੍ਹਾਂ ਮਾਮਲਾ ਜਿਹੜਾ ਸਾਹਮਣੇ ਆਇਆ ਕਿ ਵਕੀਲ ਦੇ ਘਰ ਹੀ ਰੇਡ ਹੋ ਜਾਣਾ। देखिए इट इज़ वेरी अनफॉर्चुनेट कि साडे देश 'ਚ ਇੱਕ ਵਕੀਲ ਦੇ ਘਰੇ ਰੇਡ ਹੋ ਜਾਣਾ ਉਹ ਵੀ ਇਸ ਕਰਕੇ ਕਿ ਉਹ ਗੈਂਗਸਟਰ ਦੇ ਕੇਸ ਕਰਦੀ ਹੈ। ਇਹ ਬੜੀ ਅਨਐਕਸੈਪਟੇਬਲ ਸਿਚੁਏਸ਼ਨ ਹੈ क्योंकि ਅੱਜ तक ਮੰਨਿਆ ਜਾਂਦਾ ਹੈ कि एक एडवोकेट की प्रोफेशनल ड्यूटी है कि ਉਹ ਆਪਣੇ ਕਲਾਇੰਟ ਨੂੰ ਡਿਫੈਂਡ ਕਰੇ ਤੇ ਉਹਦੇ ਵਾਸਤੇ ਬੈਸਟ ਪੋਸੀਬਲ ਡਿਫੈਂਸ ਕੋਰਟ ਵਿੱਚ ਪੇਸ਼ ਕਰੇ ਤਾਂ ਕਿ ਕੋਰਟ ਵੀ ਫੈਸਲਾ ਠੀਕ ਢੰਗ ਨਾਲ ਕਰ ਸਕੇ। ਦਿਸ ਇਜ਼ ਵੈਰੀ ਅਨਫੋਰਚੂਨੇਟ ਆਈ ਫੀਲ ਬਿਕੋਜ਼ ਵੀ ਕਾਂਟ ਪੁੱਟ the advocate in the category of an accused, ਸਪੈਸ਼ਲੀ ਉਨ ਕੇਸਾਂ 'ਚ ਜਿੱਥੇ ਕੋਈ ਐਵੀਡੈਂਸ ਹੀ ਨਹੀਂ ਹੈ। ਜੇ ਐਵੀਡੈਂਸ ਹੈ ਤਾਂ ਡਿਸਕਲੋਜ਼ ਕਰਦੇ ਪਹਿਲਾਂ ਕਿ ਕੀ ਇਨਵੋਲਵਮੈਂਟ ਹੈ। ਇਸ ਕੇਸ 'ਚ ਡਾਕਟਰ ਸ਼ੈਲੀ ਸ਼ਰਮਾ ਦੀ ਇਨਵੋਲਵਮੈਂਟ ਕੋਈ ਵੀ ਪਾਈ ਨਹੀਂ ਗਈ ਹੈ ਅੱਜ ਤੱਕ ਤੇ ਫਿਰ ਵੀ ਇਹ ਐਕਸ਼ਨ ਕਰਨਾ ਬਿਲਕੁਲ ਹੀ ਐਬਰਪਟ ਹੈ ਤੇ ਅਨਕਨਸਟੀਟਿਊਸ਼ਨਲ ਹੈ। ਸਰ, ਸ਼ੈਰੀ ਸ਼ਰਮਾ ਕਿਹੜੇ ਕੇਸ ਲੜ ਰਹੇ, ਕਿਹੜੇ ਡੀਲ ਕਰ ਰਹੇ ਨੇ? ਲਾਰੈਂਸ ਬਿਸ਼ਨੋਈ ਦੇ, ਜੱਗੂ ਭਗਵਾਨਪੁਰੀਆ ਦੇ ਵੀ ਦੱਸੇ ਨੇ, ਹੋਰ ਕਿਹੜੇ ਕੇਸ ਨੇ ਜਾਂ ਇਹੀ ਸਿਰਫ ਕੇਸਾਂ ਦੇ ਕਾਰਨ ਉਹਨਾਂ ਨੂੰ ਜਿਹੜਾ ਇਹ ਜਿਹੜੀ ਰੇਡ ਉਹਨਾਂ ਦੇ ਹੋਈ? मैं आपसे रिक्वेस्ट करूँगा कि क्लाइंट और एडवोकेट के जो प्रिविलेजेस हैं उनको प्रोटेक्ट करिए। किसी भी क्लाइंट का अननेसेसरी डिस्क्लोजर होना या फिर डॉक्टर शैली शर्मा को ये कहना कि वो किन किन क्लाइंट्स को हैंडल करती हैं उसको मीडिया स्क्रूटनी में डालना या पब्लिक डोमेन में डालना, इट विल बी वेरी वेरी रॉन्ग। हमारा पर्पस एज एन एडवोकेट ये है टू इंश्योर कि एडवोकेट अपनी प्रोफेशनल ड्यूटीज़ विदाउट एनी प्रेशर कर सके। नाल दे नाल जो भी कोई एक्यूज्ड है या कोई भी सिटीज़न ऑफ कंट्री है उसे फुल राइट्स एंड रेमेडीज़ दी जा सकें। आफ्टर ऑल जो जुडिशरी फैसला करती है दैट इज़ व्हाट वी फॉलो। तो डिस्कस ऑल दीज नेम्स ऑफ क्लाइंट्स एंड एडवोकेट्स इन पर्सनल इज़ नॉट एक्सेप्टेबल। ਇੱਕ ਡਰ ਦਾ ਮਾਹੌਲ ਨਹੀਂ ਬਣੇਗਾ ਵਕੀਲਾਂ ਦੇ ਵਿੱਚ ਕਿ ਕੱਲ ਨੂੰ ਕੋਈ ਗੈਂਗਸਟਰ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਮਰਡਰ ਕੇਸ ਦੇ ਵਿੱਚ ਕੋਈ ਜਾਂ ਹਾਈ ਜਿਹੜਾ ਪਪੂਲਰ ਕੇਸ ਹੋਏਗਾ ਕਿ ਉਹਨੂੰ ਵਕੀਲ ਲੜਨ ਤੇ ਡਰਨਗੇ ਕਿ ਅਗਰ ਅਸੀਂ ਲੜਾਂਗੇ ਤਾਂ ਕੱਲ ਨੂੰ ਈਡੀ ਜਾਂ ਫਿਰ ਸੀਬੀਆਈ, ਅਗਰ ਈਡੀ ਨੇ ਸਟੈਪ ਚੱਕਿਆ ਤਾਂ ਕੱਲ ਨੂੰ ਹੋਰ ਵੀ ਜਿਹੜੀਆਂ ਏਜੰਸੀਜ਼ ਨੇ ਉਹ ਕਿਤੇ ਨਾ ਕਿਤੇ ਰੇਡ ਕਰ ਸਕਦੀ ਹੈ। ਕਿ ਇਸ ਤਰ੍ਹਾਂ ਦਾ ਵੀ ਮਾਹੌਲ ਹੈ ਇੱਕ ਵਕੀਲਾਂ ਦੇ ਵਿੱਚ ਕਿ ਹੁਣੇ ਹੀ ਸਟੈਪ ਚੱਕਣਾ ਪਏਗਾ ਨਹੀਂ ਤਾਂ ਅੱਗੋਂ ਇਸ ਤਰ੍ਹਾਂ ਦੇ ਹੋਰ ਜਿਹੜੇ ਨੇ ਉਹ ਖਮਿਆਜੇ ਦੇਖੇ ਜਾ ਸਕਦੇ। देखिए आपने जो बात कही है ये एग्जैक्टली एक वन ऑफ द एप्रीहेंशंस है और ये एप्रीहेंशन सवाल उठाती है एक इंस्टीट्यूशन के ऊपर और क्या दिस कैन बी ट्रीटेड एज एन एफर्ट टू आर्म ट्विस्ट द इंस्टीट्यूशन। इस करके चाहे आपका अपना प्रोफेशन है जर्नलिज्म का, चाहे आर्टिस्ट हैं, चाहे एडवोकेट्स हैं,
चाहे ब्यूरोक्रेसी है, इनकी सोवरेनिटी और इंडिपेंडेंस मेंटेन करना, इट इज़ द कॉन्स्टिट्यूशनल ऑब्लिगेशन। और इसका ब्रीच करने से पहले देयर हैज़ टू बी अ प्रोविजन फॉर सैंक्शन, प्रायर सैंक्शन, so that if there are gaps between the agency or the institution, they can be plugged. ये arbitrarily straight way किसी के भी घर में घुस जाना, और especially अगर आप देखेंगे the context is performance of a professional duty. जब तक violation of professional duty नहीं है, तब तक हर एक protection और privilege by law and by constitution it has to be given, not only to a lawyer but all the categories which stand for the institution including journalism. ਤੇ ਸਰ ਇੱਕ ਗੱਲ ਹੋਰ ਕਿ ਹੁਣ ਇਹਦੇ ਉੱਪਰ ਜੇ ਬਾਰ ਐਸੋਸੀਏਸ਼ਨ ਹੁਣ ਹੜਤਾਲ ਤੇ ਹੈ ਤੇ ਅਗਲਾ ਸਟੈਪ ਕੀ ਰਹੂਗਾ ਕਿ ਹੁਣ ਤੱਕ ਇਸ ਕੇਸ ਦੇ ਵਿੱਚ ਕੀ ਇਨਸਾਫ ਮਿਲਿਆ? देखिए, इस मैटर स्पेसिफिक में आई पर्सनली फील कि all institutions are active and all institutions are keeping a close eye on the developments. Because as an institution, the lawyers are standing for each other. ਸਾਡੇ general house ਦੀ debates, conflict of opinions, concurrence of opinions, they are so beautiful that मैं कहता हूँ कि किसी को ये फीलिंग नहीं आएगी कि कोई भी व्यू पॉइंट जिसे कंसिडरेबल होना चाहिए वो कंसिडर नहीं हो रहा। और वैसे भी बड़े सिविलाइज्ड फॉर्म में डिबेट्स हो रही हैं, डिस्कशन हो रही है, और एट द सेम टाइम सबकी एक क्यूमुलेटिव एफर्ट है कि ਆਪਾਂ किसी प्रॉब्लम सॉल्यूशन ਤੇ ਪਹੁੰਚੇ। ਇਹ ਨਹੀਂ ਹੋ ਸਕਦਾ ਕਿ ਵੀ ਆਪਾਂ ਵਿਚਕਾਰ ਸਾਰੀ ਗੱਲਾਂ ਛੱਡ ਦੀ। We are at it. The resolution or the future course will be adopted only in accordance with law. And rest assured, जो हमारा faith in the judicial system है और रहेगा, and it has to be restored also, so that the message is sent loud and clear that this institution is not a simple run over. No, this institution stands for everybody. When a lawyer stands, he stands for the client, a citizen of this country, and all citizens are alike. Therefore, it is very important that all of us must appreciate, and we should take this question to the investigative agency. Ki what is the status? Let us resolve it, so that we all are fundamentally clear and assured कि ये कोई भी एफर्ट नहीं है to derail the institution. ਸਰ ਅਜੇ ਤੱਕ ਉਹਨਾਂ ਦਾ ਸਟੇਟਸ ਵੀ ਨਹੀਂ ਉਹਦੇ ਵਿੱਚ ਕੋਈ ਦੱਸਿਆ ਕਿ ਕਿਉਂ ਰੇਡ ਹੋਈ, ਕੁਝ ਵੀ ਜਿਹੜਾ ਨੋਟਿਸ ਉਹਨਾਂ ਨੂੰ ਆਇਆ ਜਾਂ ਜੋ ਵੀ ਹੋਇਆ? The status will be updated by them as early as possible, that they have been assuring. But still, because कोई assurance concrete piece of writing में नहीं आ रही है, तो ये जो gaps plug in करने हैं, I would request the investigative agency and all other institutions, the gaps should be plugged in so that there is a clarity in the matter. ਧੰਨਵਾਦ ਸਰ। ਤੇ ਬਿਲਕੁਲ ਸਾਫ਼ ਕਰ ਰਹੇ ਨੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਕਰਨ ਨਹਿਰਾ, ਉਹ ਕਹਿ ਰਹੇ ਨੇ ਕਿ ਇਹ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਤੇ ਅਸੀਂ ਜਿਹੜੇ ਸਾਰਾ ਵਕੀਲ ਭਾਈਚਾਰਾ ਉਹ ਇਕੱਠਾ ਹੈ ਤੇ ਉਦੋਂ ਤੱਕ ਜਿਹੜਾ ਸੰਘਰਸ਼ ਜਿਹੜਾ ਜਾਰੀ ਰਹੇਗਾ ਜਦ ਤੱਕ ਇਸ ਤਰ੍ਹਾਂ ਦੇ ਜਿਹੜੀਆਂ ਰੇਡਸ ਨੇ ਏਜੰਸੀ ਵੱਲੋਂ ਉਹਨਾਂ ਦੇ ਉੱਪਰ ਨਹੀਂ ਰੋਕ ਲਾਈ ਜਾਂਦੀ ਜਾਂ ਕੋਈ ਜੁਡੀਸ਼ਰੀ ਵੱਲੋਂ ਕੋਈ ਸਖਤ ਕਦਮ ਨਹੀਂ ਚੱਕੇ ਜਾਂਦੇ। ਕੈਮਰਾ ਗੁਰਵਿੰਦਰ ਦੇ ਨਾਲ ਤਪਨ ਮਲਹੋਤਰਾ, ਦਾ ਸਮਰ ਨਿਊਜ਼।